ਧੰਨ ਵਾਹਿਗੁਰੂ ਜੀ। ਫਿਰ ਪਛੁਤਾਵਹਿੰਗਾ ਮੂੜਿਆ, ਤੂੰ ਕਵਨ ਕੋ ਮਤ ਭ੍ਰਮ ਲਾਗਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਾਨੋ ਵਿਚਰੈ ਅਨਰਾਧਾ। ਜਾਨੋ ਵਿਚਰੈ ਅਨਰਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਕੀਰਤਨ ਰਾਹੀਂ ਸਤਿਗੁਰੂ ਦੇ ਅਮੋਲਕ ਉੱਤਮ ਉਪਦੇਸ਼ ਨਾਲ ਆਪ ਜੀ ਨੇ ਸਾਂਝ ਬਣਾਈ ਹੈ। ਅਕਾਲ ਪੁਰਖ ਜੀ ਦੀ ਬਖਸ਼ਿਸ਼ ਦੇ ਆਪ ਜੀ ਪਾਤਰ ਬਣ ਰਹੇ ਹੋ। ਪਹਿਲੇ ਦੀਵਾਨ ਵਿੱਚ ਭਗਤ ਬੇਣੀ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਅਤੇ ਵਿਚਾਰ ਦੇ ਰੂਪ ਵਿੱਚ ਆਪਾਂ ਆਰੰਭ ਕੀਤਾ ਹੈ। ਸ਼ਬਦ ਆਕਾਰ ਪੱਖੋਂ ਲੰਮੇਰਾ ਅਤੇ ਵੱਡਾ ਹੈ, ਜਿਸ ਦੇ ਪਾਠ ਦੇ ਨਾਲ ਨਾਲ ਆਪਾਂ ਰਹਾਉ ਦਾ ਬੰਦ ਅਤੇ ਪਹਿਲਾ ਬੰਦ ਇਸ ਸ਼ਬਦ ਦਾ ਵਿਚਾਰਨ ਦਾ ਯਤਨ ਕੀਤਾ। ਇਸ ਸ਼ਬਦ ਦੇ ਕੁੱਲ 5 ਬੰਦ ਹਨ। ਪਹਿਲੇ ਬੰਦ ਵਿੱਚ ਭਗਤ ਬੇਣੀ ਜੀ ਨੇ ਮਨੁੱਖ ਨੂੰ ਉਸ ਦੀ ਹੋਂਦ, ਉਸ ਦੀ ਹਸਤੀ ਦੀ ਉਤਪਤੀ ਵੱਲ ਧਿਆਨ ਦਿਵਾਇਆ ਹੈ ਤੇ ਦੱਸਿਆ ਹੈ ਕਿ ਹੁਣ ਜਦੋਂ ਤੇਰੀਆਂ ਅੱਖਾਂ ਖੁੱਲ੍ਹੀਆਂ ਹਨ, ਤੂੰ ਸੰਸਾਰ ਨੂੰ ਵੇਖ ਰਿਹਾ ਹੈ, ਤੂੰ ਜਨਮ ਲੈ ਲਿਆ ਹੈ, ਤਾਂ ਤੂੰ ਹੰਕਾਰ, ਸਵਾਰਥ, ਲੋਭ ਦੀ ਇੱਕ ਦੌੜ ਵਿੱਚ ਇੰਨਾ ਗ੍ਰਸਤ ਹੋ ਗਿਆ ਹੈ ਕਿ ਤੈਨੂੰ ਇਸ ਗੱਲ ਦਾ ਚੇਤਾ ਤੇ ਖਿਆਲ ਤੱਕ ਨਹੀਂ ਕਿ ਤੇਰਾ ਇਹ ਜੀਵਨ ਉਸ ਅਕਾਲ ਪੁਰਖ ਦੀ ਇੱਕ ਬਖਸ਼ਿਸ਼ ਹੈ, ਇੱਕ ਮਿਹਰ ਹੈ, ਇੱਕ ਕਿਰਪਾ ਹੈ। ਭਾਵ ਤੈਨੂੰ ਆਪਣਾ ਸਿਰਜਣਹਾਰਾ ਪਰਮੇਸ਼ਰ ਭੁੱਲ ਗਿਆ ਹੈ। ਦੂਸਰਾ ਬੰਦ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ, ਜਿਸ ਵਿੱਚ ਭਗਤ ਬੇਣੀ ਜੀ ਬਖਸ਼ਿਸ਼ ਕਰਦੇ ਨੇ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਬਾਲ ਬਿਨੋਦ ਦਾ ਮਤਲਬ ਹੈ ਬਾਲ, ਬਚਪਨ ਦੀ ਅਵਸਥਾ ਨੂੰ ਆਪਾਂ ਕਹਿੰਦੇ ਹਾਂ। ਬਿਨੋਦ ਦਾ ਭਾਵ ਹੁੰਦਾ ਹੈ ਖੇਡਾਂ, ਤਮਾਸ਼ੇ, ਚਾਅ, ਨੱਚਣਾ ਕੁੱਦਣਾ, ਜੋ ਬਚਪਨ ਦੇ ਵਿੱਚ ਜੋ ਖੇਡਾਂ ਹੁੰਦੀਆਂ ਨੇ। ਆਖਦੇ ਨੇ ਬਚਪਨ ਤੇਰਾ ਜਿਹੜਾ ਹੈ ਉਹ ਖੇਡਦਿਆਂ, ਸਿੱਖਿਆ ਹਾਸਲ ਕਰਦਿਆਂ, ਦੁਨੀਆਦਾਰੀ ਸਿੱਖਦਿਆਂ ਇਸ ਤਰ੍ਹਾਂ ਬਤੀਤ ਹੋਇਆ ਤੇ ਫਿਰ ਹੌਲੀ ਹੌਲੀ ਜਿੱਥੇ ਤੂੰ ਦੁਨੀਆ ਦੀ ਸਿੱਖਿਆ ਲੈਂਦਾ ਗਿਆ, ਉੱਥੇ ਨਾਲ ਨਾਲ ਚਿੰਦ ਰਸ ਲੱਗਾ। ਤੇਰੀ ਸੁਰਤ ਜਿਹੜੀ ਸੀ ਉਹ ਵੀ ਚਸਕਿਆਂ ਦੇ ਵਿੱਚ ਜੁੜਦੀ ਗਈ। ਜਿੱਥੇ ਤੂੰ ਦੁਨੀਆਦਾਰੀ ਸਿੱਖੀ ਹੈ, ਉੱਥੇ ਨਾਲ ਨਾਲ ਤੂੰ ਚਸਕੇ ਤੇ ਐਬ ਵੀ ਅਪਣਾਏ ਨੇ। ਸੰਸਾਰ ਦੀਆਂ ਗਲਤ ਚੀਜ਼ਾਂ ਨੂੰ ਵੀ ਤੂੰ, ਜਾਂ ਉਹਨਾਂ ਚੀਜ਼ਾਂ ਦੀ ਗਲਤ ਵਰਤੋਂ ਵਾਲੇ ਪਾਸੇ ਵੀ ਤੇਰੀ ਚੇਤਨਾ ਨੇ, ਤੇਰੀ ਸੁਰਤ ਨੇ ਕੰਮ ਕੀਤਾ। ਚਸਕੇ ਅਪਣਾਏ, ਕਈ ਐਬ ਅਪਣਾਏ, ਕੁਰਾਹੇ ਪੈਣ ਦੀਆਂ ਕਈ ਸੋਚਾਂ ਤੇਰੇ ਅੰਦਰ ਪੈਦਾ ਹੋਈਆਂ, ਤੂੰ ਉਹਨਾਂ ਨੂੰ ਅਪਣਾ ਲਿਆ। ਜੋ ਵੀ ਮਿਲਿਆ ਤੈਨੂੰ, ਉਸ ਨੂੰ ਤੂੰ ਅਪਣਾਉਂਦਾ ਤੁਰਿਆ ਗਿਆ। ਤੂੰ ਇਕੱਲਾ ਪਦਾਰਥ ਵਰਤਣਾ ਨਹੀਂ ਸਿੱਖਿਆ, ਬਲਕਿ ਉਸ ਪਦਾਰਥ ਦਾ ਚਸਕਾ ਵੀ ਤੂੰ ਨਾਲ ਨਾਲ ਧਾਰਨ ਕਰਦਾ ਗਿਆ, ਜਿਸ ਕਰਕੇ ਅੱਜ ਤੇਰੀ ਇਹ ਹਾਲਤ ਹੋਈ। ਫਰਮਾਉਂਦੇ ਨੇ ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ।
ਹਰ ਸਾਹ ਨਾਲ, ਹਰ ਖਿਨ ਇੱਕ ਨਿਮਕ ਥੋੜ੍ਹੇ ਥੋੜ੍ਹੇ ਸਮੇਂ ਵਿੱਚ ਹੀ ਤੂੰ ਜਿਹੜਾ ਇਹ ਸਫ਼ਰ ਕੀਤਾ ਹੈ ਮੋਹ ਦੇ ਵਿੱਚ ਵਿਆਪਣ ਦਾ, ਮੋਹ ਦੇ ਵਿੱਚ ਖਚਤ ਹੋਣ ਦਾ, ਤੇ ਅੱਜ ਤੂੰ ਪੂਰੀ ਤਰ੍ਹਾਂ ਮੋਹ ਦਾ ਗਰਸਿਆ ਗਿਆ ਹੈ। ਤੂੰ ਥੋੜ੍ਹਾ ਥੋੜ੍ਹਾ ਕਰਕੇ ਸਫ਼ਰ ਹੌਲੀ ਹੌਲੀ ਕਰਦਾ ਆਇਆ, ਜਿਸ ਦਾ ਤੈਨੂੰ ਪਤਾ ਹੀ ਨਹੀਂ ਚੱਲਿਆ ਕਿ ਤੂੰ ਕਿੱਥੋਂ ਕਿੱਥੇ ਪਹੁੰਚ ਗਿਆ। ਤੂੰ ਚੀਜ਼ਾਂ ਦੇ ਆਕਾਰ ਵੇਖੇ, ਰੂਪ ਰੰਗ ਵੇਖੇ, ਦਿੱਖ ਵੇਖੀ, ਚਸਕੇ ਵੇਖੇ, ਉਹਨਾਂ ਦੇ ਵਿੱਚੋਂ ਤੂੰ ਐਬ ਕੱਢ ਲੈ, ਤੇ ਐਬ ਅਪਣਾ ਕੇ ਤੂੰ ਇੰਨਾ ਕੁਰਾਹੇ ਪੈ ਕੇ ਸਫ਼ਰ ਕਰਦਾ ਰਿਹੋ ਕਿ ਉਹ ਐਬ ਤੇ ਉਹ ਭੈੜ ਜਿਹੜੇ ਨੇ, ਵਕਾਰ ਜਿਹੜੇ ਨੇ, ਉਹ ਉਹਨਾਂ ਦੇ ਵਿੱਚ ਹੁਣ ਤੇਰਾ ਪ੍ਰੇਮ ਬਣ ਗਿਆ। ਹੁਣ ਤੈਨੂੰ ਬੁਰੇ ਨਹੀਂ ਲੱਗਦੇ, ਕਿਉਂਕਿ ਤੂੰ ਸਫ਼ਰ ਬੜਾ ਲੰਮਾ ਕੀਤਾ ਹੈ, ਤੇ ਥੋੜ੍ਹਾ ਥੋੜ੍ਹਾ ਕਰਕੇ ਤੂੰ ਸਫ਼ਰ ਕਰਦਾ ਰਿਹਾ। ਨਾ ਤੂੰ ਖੁਦ ਧਿਆਨ ਦਿੱਤਾ ਆਪਣੇ ਸਫ਼ਰ ਵੱਲ, ਤੇ ਨਾ ਹੀ ਕਿਸੇ ਨੇ ਤੇਰਾ ਧਿਆਨ ਦਿਵਾਇਆ। ਕਿੱਡੀ ਖੂਬਸੂਰਤ ਗੱਲ ਜਿਹੜੀ ਆ ਭਗਤ ਬੇਣੀ ਜੀ ਦੂਜੇ ਪਦੇ ਵਿੱਚ ਕਹਿ ਰਹੇ ਨੇ, ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ, ਰਸ ਮੇਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਫਿਰ ਕੀ ਹੋਇਆ? ਕਹਿੰਦੇ ਅੰਮ੍ਰਿਤ ਦੇ ਬਹਾਨੇ ਤੂੰ ਐਬ ਅਤੇ ਚਸਕਿਆਂ ਦਾ ਜ਼ਹਿਰ ਚੱਖਦਾ ਲਿਆ। ਤੈਨੂੰ ਲੱਗਿਆ ਵਕਾਰ ਭੋਗਣਾ ਜਿਹੜਾ ਹੈ, ਜੋਸ਼ ਸੀ ਸਰੀਰ ਵਿੱਚ, ਤਾਕਤ ਸੀ। ਜਦੋਂ ਸਾਡੇ ਮਨੁੱਖੀ ਸਰੀਰ ਵਿੱਚ ਅਸੀਂ ਬਚਪਨ ਤੋਂ ਜਵਾਨੀ ਵਾਲਾ ਜਿਹੜਾ ਪੈਂਡਾ ਤੈਅ ਕਰਦੇ ਹਾਂ, ਜਿਸ ਨੂੰ ਹਿੰਦੀ ਵਾਲੇ ਕਿਸ਼ੋਰ ਅਵਸਥਾ ਕਹਿੰਦੇ ਨੇ, ਸਰੀਰ ਦੇ ਨਾਲ ਨਾਲ ਮਾਨਸਿਕ ਤਬਦੀਲੀਆਂ ਵੀ ਆਉਂਦੀਆਂ ਨੇ। ਤੇ ਇਹ ਕਿਹੋ ਜਿਹਾ ਸਫ਼ਰ ਹੁੰਦਾ ਹੈ ਜਿਹਦੇ ਵਿੱਚ ਕਈ ਵਾਰ ਬੜੀ ਵੱਡੀ ਥਿੜਕਣ, ਬੜਾ ਵੱਡਾ ਕੁਰਾਏ ਪੈਣ ਦਾ ਜਿਹੜਾ ਹੈ ਬਹਾਨਾ ਤੇ ਮੁੱਢ ਵੱਜ ਜਾਂਦਾ ਹੈ। ਭਗਤ ਜੀ ਨੇ ਕਿੰਨੀ ਡੂੰਘਾਈ ਨਾਲ ਜੀਵਨ ਦਾ ਅਨੁਭਵ ਪੇਸ਼ ਕੀਤਾ ਹੈ, ਜੀਵਨ ਦਾ ਸੱਚਾ ਗਿਆਨ ਪੇਸ਼ ਕੀਤਾ ਹੈ, ਔਰ ਇਸ ਸਫ਼ਰ ਨੂੰ ਉਹਨਾਂ ਨੇ ਕਿੰਨੀ ਬਰੀਕੀ ਦੇ ਨਾਲ ਵਾਚਿਆ ਵੀ ਮਨੁੱਖ ਦਾ ਇਹ ਸਫ਼ਰ ਕਿਵੇਂ ਉਹਦੀਆਂ ਮਾਨਸਿਕ ਤੇ ਮਾਨਸਿਕ ਵਹਾਅ ਦੇ ਵਿੱਚ ਉਹਦੀ ਸੁਰਤ ਕਿਵੇਂ ਇਸ ਪਾਸੇ ਸਫ਼ਰ ਕਰਦੀ। ਅਸੀਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦੇ। ਸਾਡੇ ਲਈ ਜੀਵਨ ਕੀ ਹੈ? ਸਾਡੇ ਲਈ ਜੀਵਨ ਮਹਿਜ਼ ਹੈ ਸਰੀਰ ਦੀ ਪਰਵਰਿਸ਼। ਸਰੀਰ ਨੂੰ ਚੰਗਾ ਖਾਣ ਨੂੰ ਮਿਲ ਰਿਹਾ ਤੇ ਠੀਕ ਹੈ, ਚੰਗਾ ਪਹਿਨਣ ਨੂੰ ਮਿਲ ਰਿਹਾ ਠੀਕ ਹੈ, ਸਹੂਲਤਾਂ ਮਿਲ ਰਹੀਆਂ ਨੇ, ਪਦਾਰਥ ਮਿਲ ਰਹੇ ਨੇ, ਉਹ ਜੋ ਅਸੀਂ ਇੱਕ ਸਟਰਕਚਰ ਬਣਾ ਲਿਆ ਜਿਸ ਨੂੰ ਅਸੀਂ ਲਾਈਫ ਕਹਿੰਦੇ ਹਾਂ, ਜਿਹੜੇ ਅਸੀਂ ਅਰਥ ਕੱਢ ਲਏ ਨੇ ਕਿ ਜੀਵਨ ਦੇ ਅਰਥ ਕੀ ਨੇ? ਚੰਗਾ ਖਾਣਾ, ਚੰਗਾ ਪਹਿਨਣਾ, ਚੰਗਾ ਹੰਡਾਉਣਾ, ਐਸ਼ ਪ੍ਰਸਤੀ ਕਰਨੀ, ਪਦਾਰਥਾਂ ਤੇ ਦੌਲਤ ਦੇ ਢੇਰ ਤੇ ਬੈਠਣਾ, ਬਸ ਇਹਨੂੰ ਅਸੀਂ ਕਹਿੰਦੇ ਹਾਂ ਲਾਈਫ ਸੈਟਲ ਹੋ ਰਹੀ ਹੈ। ਠੀਕ ਹੈ, ਇਹਦੀ ਆਪਣੀ ਅਹਿਮੀਅਤ ਹੈ ਇਹਨਾਂ ਚੀਜ਼ਾਂ ਦੀ, ਇਸ ਨੂੰ ਗੁਰਮਤਿ ਨੇ ਨਕਾਰਿਆ ਨਹੀਂ ਵੀ ਮਨੁੱਖ ਕੋਲ ਚੰਗਾ ਖਾਣ ਪਹਿਨਣ ਰਹਿਣ ਵਰਤਣ ਨੂੰ ਨਾ ਹੋਵੇ, ਪਰ ਗੁਰਮਤਿ ਨੇ ਆਖਿਆ ਇਕੱਲਾ ਇਹੀ ਜੀਵਨ ਨਹੀਂ ਹੈ। ਇੰਨਾ ਕੁ ਆਹਰ ਤਾਂ ਪਸ਼ੂ ਵੀ ਆਪਣੇ ਲਈ ਕਰਦਾ ਹੈ। ਧੁੱਪ ਛਾਂ, ਗਰਮੀ ਸਰਦੀ, ਮੀਂਹ ਕਣੀ ਤੋਂ ਬਚਣ ਲਈ ਕੀ ਉਹ ਦੌੜ ਭੱਜ ਨਹੀਂ ਕਰਦਾ? ਕੀ ਆਪਣੇ ਖਾਣ ਲਈ ਤੇ ਆਪਣੇ ਬੱਚਿਆਂ ਨਾਲ ਮੋਹ ਮੁਹੱਬਤ ਜਿੰਨੀ ਕੁ ਉਹਨੂੰ ਚੇਤਨਾ ਹੈ ਉਹ ਨਹੀਂ ਕਰਦਾ? ਉਹ ਵੀ ਤੇ ਕਰਦਾ। ਉਹ ਵੀ ਆਪਸ ਵਿੱਚ ਭਿੜਦੇ ਨੇ। ਜੇ ਕੇਵਲ ਇੰਨੀ ਚੀਜ਼ ਹੀ ਜੀਵਨ ਹੈ ਤੇ ਤੂੰ ਇਹ ਸੰਸਾਰ ਵਿੱਚ ਚਸਕੇ ਤੇ ਐਬਾਂ ਦੀ ਖਾਤਰ ਹੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਾਉਣਾ ਹੈ, ਤੇ ਉਹ ਸਾਰੇ ਐਬ ਆਪਣੇ ਜੀਵਨ ਵਿੱਚ ਪਾਲ ਕੇ ਤੂੰ ਕੁਰਾਹੇ ਪੈਣਾ ਹੈ, ਤੇ ਇਵੇਂ ਤਾਂ ਤੇਰੀਆਂ ਨਸਲਾਂ, ਆਉਣ ਵਾਲਾ ਵਕਤ ਤੇ ਤੇਰਾ ਖੁਦ ਦਾ ਜੀਵਨ ਤੇ ਤੇਰਾ ਆਲਾ ਦੁਆਲਾ ਇੰਨਾ ਗੰਧਲਾ ਹੋ ਜਾਣਾ ਹੈ ਵੀ ਇਹਦੇ ਵਿੱਚੋਂ ਮਨੁੱਖੀ ਤਸੀਰ ਲੱਭਣੀ, ਮਨੁੱਖੀ ਸੁਭਾਅ ਲੱਭਣਾ, ਮਨੁੱਖ ਦੀ ਪਵਿੱਤਰ ਆਤਮਾ ਦਾ ਖਾਸਾ ਪਹਿਚਾਨਣਾ ਹੀ ਬੜਾ ਔਖਾ ਹੋ ਜਾਣਾ। ਤੋ ਇਹ ਜਿਹੜੀ ਗੱਲ ਹੈ ਭਗਤ ਸਾਹਿਬਾਨਾਂ ਨੇ ਕਿੰਨੇ ਮੁੱਢਲੇ ਪੜਾਅ ਤੋਂ ਸ਼ੁਰੂ ਕੀਤੀ ਹੈ। ਭਗਤ ਬੇਣੀ ਜੀ ਆਖਦੇ ਨੇ ਹੁਣ ਫਿਰ ਅੱਗੇ ਕੀ ਹੋਇਆ? ਰਸ ਚਸਕੇ ਨੂੰ ਕਹਿੰਦੇ ਨੇ ਐਬ ਨੂੰ, ਮਿਸ ਮੇਦ ਅੰਮ੍ਰਿਤ ਬਿਖ ਚਾਖੀ। ਅੰਮ੍ਰਿਤ ਸਮਝ ਕੇ ਤੂੰ ਇਹਨਾਂ ਚਸਕਿਆਂ ਦੇ, ਅੰਮ੍ਰਿਤ ਦੇ ਬਹਾਨੇ ਤੂੰ ਇਹਨਾਂ ਚਸਕਿਆਂ ਤੇ ਐਬਾਂ ਨੂੰ ਆਪਣੇ ਜੀਵਨ ਵਿੱਚ ਥਾਂ ਦੇ ਕੇ ਜ਼ਹਿਰ ਚੱਖਿਆ। ਅੰਮ੍ਰਿਤ ਨਹੀਂ ਚੱਖਿਆ, ਤੂੰ ਜ਼ਹਿਰ ਚੱਖਿਆ। ਫਿਰ ਕੀ ਹੋਇਆ? ਪੰਚ ਪ੍ਰਗਟ ਸੰਤਾਪੈ। ਪੰਜੇ ਵਕਾਰਾਂ ਨੇ ਤੇਰੇ ਅੰਦਰ ਇਹ ਤਰਥੱਲੀ ਮਚਾਉਣੀ ਸ਼ੁਰੂ ਕਰ ਦਿੱਤੀ। ਕਦੇ ਤੂੰ ਕਾਮ ਦਾ ਗ੍ਰਸਿਆ ਜਾਂਦਾ ਹੈ, ਕਦੇ ਕ੍ਰੋਧ ਦਾ, ਕਦੇ ਲੋਭ ਦਾ, ਕਦੇ ਮੋਹ ਦਾ, ਕਦੇ ਹੰਕਾਰ ਦਾ, ਕਦੇ ਈਰਖਾ ਦਾ, ਕਦੇ ਨਿੰਦਿਆ ਦਾ। ਇਹਨਾਂ ਦੇ ਘੁੰਮਣ ਘੇਰੀ ਨੇ ਤੇਰੀ ਹੋਸ਼ ਭੁਲਾ ਦਿੱਤੀ ਹੈ। ਸੰਤਾਪ ਹੈ, ਇਹ ਤੈਨੂੰ ਸੰਤਾਪ ਗਏ ਨੇ,
ਤੇਰੇ ਤੇ ਵਰਤ ਗਏ ਨੇ, ਤੇਰੇ ਤੇ ਹਾਵੀ ਹੋ ਗਏ ਨੇ। ਤੂੰ ਜ਼ਰਾ ਸੋਚ ਕੇ ਵੇ, ਜੇ ਅਸੀਂ ਆਪਣਾ ਇੱਕ ਟਾਈਮ ਨਿਰਧਾਰਿਤ ਕਰੀਏ ਨਾ, ਸਮਾਂ, ਜ਼ਰਾ ਸੋਚ ਕੇ ਵੇਖਣਾ। ਅਸੀਂ ਕੋਈ ਬਹੁਤਾ ਲੰਬਾ ਸਮਾਂ ਨਿਰਧਾਰਿਤ ਨਹੀਂ ਕਰਨਾ ਆਪਣੇ ਆਪ ਨੂੰ ਪਰਖਣ ਲਈ। ਕਈ ਤਰੀਕੇ ਹੋ ਸਕਦੇ ਨੇ, ਕੇਵਲ ਇਹ ਅਹਿਸਾਸ ਹੀ ਕਰਨਾ ਹੁੰਦਾ। ਅਸੀਂ ਆਪਣੇ ਸਵੇਰ ਤੋਂ ਉੱਠਣ ਤੋਂ ਲੈ ਕੇ ਸੌਣ ਤੱਕ ਜ਼ਰਾ ਕੋਈ 10 ਮਿੰਟ ਬਹਿ ਕੇ ਵਿਚਾਰ ਕਰੀਏ। ਜਿਸ ਵੇਲੇ ਅਸੀਂ ਸ਼ਾਮ ਨੂੰ ਬੈਠਦੇ ਹਾਂ, ਵੀ ਸਾਰੇ ਦਿਨ ਵਿੱਚ ਮੇਰੇ ਅੰਦਰ ਕਿਹੜੀ ਕਿਹੜੀ ਸੋਚ ਪੈਦਾ ਹੋਈ ਹੈ, ਉਹਦੇ 'ਚੋਂ ਕਿੰਨੀ ਨੈਗੇਟਿਵ ਸੀ ਅਤੇ ਕਿੰਨੀ ਮੇਰੇ ਲਈ ਪੋਜ਼ੀਟਿਵ ਸੀ, ਉਹਦੇ 'ਚੋਂ ਕਿੰਨੀ ਹਾਂ ਪੱਖੀ ਸੀ ਅਤੇ ਕਿੰਨੀ ਨਾ ਪੱਖੀ ਸੀ, ਉਹਦੇ 'ਚੋਂ ਕਿੰਨੇ ਜਿਹੜੇ ਫੁਰਨੇ ਸਨ ਉਹ ਕ੍ਰੋਧਗ੍ਰਸਤ ਸਨ, ਹੰਕਾਰਗ੍ਰਸਤ ਸਨ, ਈਰਖਾ ਦੇ ਮਾਰੇ ਹੋਏ ਸਨ, ਕਿੰਨਿਆਂ ਨੇ ਮੈਨੂੰ ਦੁੱਖ ਦਿੱਤਾ ਸਾਰੇ ਦਿਨ ਦੇ ਵਿੱਚ। ਇਹ ਥੋੜ੍ਹਾ ਵੀ ਸੂਰਜ ਵਧੀਆ ਚੜ੍ਹਿਆ ਅਤੇ ਆਪਾਂ ਕਹਿੰਦੇ ਗੁੱਡ ਡੇ, ਨਾਈਸ ਡੇ। ਅੰਦਰੋਂ ਤਾਂ ਅਸੀਂ ਕਲਪੇ ਹੋਣ ਵੀ ਸੂਰਜ ਚੰਗਾ ਚੜ੍ਹਿਆ ਅਤੇ ਇੰਨੇ ਨਾਈਸ ਡੇ ਤਾਂ ਨਹੀਂ ਨਾ ਹੋ ਜਾਣਾ। ਤੇਰਾ ਤਾਂ ਜਿਵੇਂ ਗੁਜ਼ਰ ਰਿਹਾ ਤੂੰ ਉਹਦੇ ਹਿਸਾਬ ਨਾਲ ਦੱਸ। ਸੂਰਜ ਆਪਣੀ ਜੋਬ ਕਰ ਰਿਹਾ ਹੈ, ਹਵਾ ਆਪਣੀ ਜੋਬ ਕਰ ਰਹੀ ਹੈ, ਪਰ ਤੇਰੇ ਲਈ ਨਾਈਸ ਹੈ ਤਾਂ ਨਾਈਸ ਹੈ, ਨਹੀਂ ਤਾਂ ਤੇਰੇ ਲਈ ਤਾਂ ਬੈਡ ਹੀ ਹੈ ਨਾ, ਤੇਰੇ ਲਈ ਤਾਂ ਬੁਰਾ ਹੀ ਹੈ। ਕਿਉਂਕਿ ਤੇਰਾ ਅੰਦਰੋਂ ਹਿਰਦਾ ਬਿਖਰਿਆ ਹੋਇਆ ਹੈ, ਤੇਰੀ ਸੁਰਤ ਖਿੰਡੀ ਹੋਈ ਹੈ, ਤੂੰ ਆਪਣੇ ਆਪ ਨੂੰ ਸੰਤਾਪ ਦੇ ਰਿਹਾ, ਅਤੇ ਉਹ ਸੰਤਾਪ ਦੇਣ ਵਾਲੇ ਜਿਹੜੇ ਐਬ ਅਤੇ ਵਕਾਰ ਨੇ ਉਹ ਬਾਹਰ ਕਿਤੇ ਨਹੀਂ, ਤੇਰੇ ਆਪਣੇ ਅੰਦਰ ਮੌਜੂਦ ਨੇ, ਤੇਰੇ ਆਪਣੇ ਅੰਦਰ। ਤਾਂ ਉਹ ਜਿਹੜਾ, ਜੇ ਅਸੀਂ ਉਹਦਾ ਲੇਖਾ ਜੋਖਾ ਕਰੀਏ, ਜਿਸ ਨੂੰ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਮੈਂ ਲੇਖਾ ਕਰ ਲਿਆ, ਅਤੇ ਇਹ ਲੇਖਾ ਮੈਨੂੰ ਸਤ ਸੰਗਤ ਨੇ ਸਿਖਾਇਆ। ਇਹ ਲੇਖਾ ਜਿਹੜਾ ਹੈ ਮੈਨੂੰ ਸਤ ਸੰਗਤ ਨੇ ਸਿਖਾਇਆ। ਫਿਰ ਸਾਨੂੰ ਪਤਾ ਲੱਗਦਾ ਹੈ ਵੀ ਅਸੀਂ ਕੀ ਹਾਸਲ ਕੀਤਾ, ਅਤੇ ਜੇ ਅਸੀਂ ਜਿੰਨਾ ਕੁਝ ਇਹ ਕੀਤਾ ਹੈ ਕਿਉਂ ਕੀਤਾ ਹੈ ਭਲਾ, ਕਿਉਂਕਿ ਅਸੀਂ ਇੱਕ ਸਫ਼ਰ ਕੀਤਾ ਹੈ। ਐਵੇਂ ਈਰਖਾ ਦੀ ਬਿਰਤੀ ਨਹੀਂ ਬਣੀ, ਈਰਖਾ ਵੱਲ ਸਫ਼ਰ ਹੋਇਆ ਹੁਣ ਤੱਕ ਥੋੜ੍ਹਾ ਥੋੜ੍ਹਾ ਕਰਕੇ, ਜਿਹਦਾ ਸਾਨੂੰ ਪਤਾ ਨਹੀਂ ਲੱਗਿਆ, ਜਿਸ ਦਾ ਜ਼ਿਕਰ ਭਗਤ ਬੇਣੀ ਜੀ ਨੇ ਇਸੇ ਹੀ ਬੰਦ ਵਿੱਚ ਕੀਤਾ ਹੈ। ਬਾਲ ਬਿਨੋਦ ਚੇਂਦ ਰਸ ਲਾਗਾ, ਖਿਨ ਖਿਨ ਮੋਹ ਵਿਆਪ, ਰਸ ਮਿਸ ਮੇਦ ਅੰਮ੍ਰਿਤ ਵੇਖ ਚਾਕੀ ਤੋਂ ਪੰਜ ਪ੍ਰਗਟ ਸੰਤਾਪ। ਹੁਣ ਪੰਜਾਂ ਦਾ ਅਧਿਕਾਰ ਹੋ ਗਿਆ ਤੇਰੇ ਤੇ, ਕੰਟਰੋਲ ਹੋ ਗਿਆ। ਪਹਿਲਾਂ ਤੂੰ ਇਹ ਚਸਕੇ ਅਪਣਾਏ, ਹੁਣ ਇਹ ਤੇਰੇ ਤੇ ਰਾਜ ਕਰ। ਸੰਤਾਪੇ ਦਾ ਮਤਲਬ ਹੁਣ ਇਹ ਤੈਨੂੰ ਸੰਤਾਪ ਗਏ, ਹੁਣ ਇਹ ਤੇਰੇ ਤੇ ਰਾਜ ਕਰ ਰਹੇ, ਹੁਣ ਤੂੰ ਇਹਨਾਂ ਦੇ ਅਧੀਨ ਹੈ, ਇਹਨਾਂ ਦੇ ਕੰਟਰੋਲ ਵਿੱਚ ਹੈ। ਹੁਣ ਤੇਰਾ ਜ਼ੋਰ ਨਹੀਂ ਚੱਲਦਾ ਵੀ ਤੂੰ ਇਸ ਦਾਇਰੇ 'ਚੋਂ ਬਾਹਰ ਨਿਕਲ ਜਾਏ। ਤਾਂ ਅੱਗੇ ਫਰਮਾਉਂਦੇ ਨੇ, ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਅਰਾਧਿਆ। ਜਪ ਦਾ ਮਤਲਬ ਹੁੰਦਾ ਹੈ ਦ੍ਰਿੜਤਾ, ਚੰਗੇ ਖਿਆਲ ਨੂੰ ਮਨ ਵਿੱਚ ਦ੍ਰਿੜ ਕਰਨਾ, ਸਚਾਈ ਨੂੰ, ਧਰਮ ਨੂੰ, ਸੱਚ ਨੂੰ ਦ੍ਰਿੜ ਪ੍ਰਪੱਕ ਕਰਨਾ ਮਨ ਵਿੱਚ। ਤਪ ਦਾ ਮਤਲਬ ਕੀ ਹੈ? ਜੋ ਚੀਜ਼ ਦ੍ਰਿੜ ਕਰਨੀ ਹੈ ਉਹਨੂੰ ਇੰਪਲੀਮੈਂਟ ਕਰਨਾ, ਉਹ ਤਪ ਹੈ। ਤਪ ਕੋਈ ਸਰੀਰ ਖਪਾਉਣ ਦਾ ਨਾਂ ਨਹੀਂ, ਵੀ ਸਰੀਰ ਨੂੰ ਦੁੱਖ ਦੇਣਾ, ਪੁੱਠੇ ਲਟਕ ਜਾਣਾ, ਧੋਣੀਆਂ, ਇਹ ਤਪ ਨਹੀਂ। ਇਹ ਤਾਂ ਦੇਹੀ ਵਾਸਤੇ, ਪੰਜਾਂ ਤੱਤਾਂ ਦੀ ਦੇਹੀ ਨੂੰ ਜਿੰਨਾ ਮਰਜ਼ੀ ਦੁਖੀ ਕਰੀ ਜਾਓ, ਸਰੀਰ ਨੂੰ ਦੁੱਖ ਦੇਣ ਨਾਲ ਕੁਝ ਹਾਸਲ ਨਹੀਂ ਹੋਏਗਾ। ਉਹ ਜਿਹੜੇ ਤਪ ਨੇ ਉਹਨਾਂ ਨੂੰ ਪ੍ਰਵਾਨ ਨਹੀਂ। ਤਪ ਕੀ ਹੈ? ਘਾਲਣਾ ਘਾਲਣੀ, ਮਸ਼ੱਕਤ ਕਰਨੀ। ਅਤੇ ਮਸ਼ੱਕਤ ਕਾਹਦੀ? ਵੀ ਜੋ ਸੱਚ ਦ੍ਰਿੜ ਕਰਨਾ ਹੈ ਮਨ ਵਿੱਚ, ਉਹਨੂੰ ਇੰਪਲੀਮੈਂਟ ਕਰਨਾ, ਉਹਦਾ ਅਭਿਆਸ ਕਰਨਾ, ਉਹਦੀ ਪ੍ਰੈਕਟਿਸ ਕਰਨੀ ਹੈ, ਉਹ ਤਪ। ਤੋ ਅੱਗੇ ਜਾ ਕੇ ਫਰਮਾਇਆ ਸੰਜਮ। ਸੰਜਮ ਦਾ ਮਤਲਬ ਹੈ ਪਰਹੇਜ਼। ਪਰ ਤੁਹਾਡੇ ਅੰਦਰ ਚੰਗਿਆਈ ਪ੍ਰਪੱਕ ਤਾਂ ਹੋਏਗੀ, ਦੋਵੇਂ ਕੰਮ ਕਰਨੇ ਪੈਣਗੇ। ਆਪਾਂ ਮੈਡੀਸਿਨ ਲਈਏ, ਕੋਈ ਸਿੱਕ ਹੋ ਜਾਏ, ਬਿਮਾਰ ਹੋ ਜਾਏ ਥੋੜ੍ਹਾ ਬਹੁਤ, ਅਤੇ ਦੋ ਚੀਜ਼ਾਂ ਸਾਡੇ ਲਈ ਜ਼ਰੂਰੀ ਹੁੰਦੀਆਂ। ਇੱਕ ਤਾਂ ਅਸੀਂ ਮੈਡੀਸਿਨ ਲੈਂਦੇ, ਦਵਾਈ ਲੈਂਦੇ, ਦਾਰੂ ਲੈਂਦੇ ਹਾਂ, ਵੀ ਇਹ ਜਿਹੜਾ ਸਾਡੇ ਸਰੀਰ ਦੇ ਅੰਦਰ ਦੀ ਜਿਹੜੇ ਸੈੱਲ ਨੇ ਸਾਡੀ ਬੋਡੀ ਦੇ, ਜਿਨ੍ਹਾਂ ਨੇ ਬਿਮਾਰੀ ਤੋਂ ਸਾਨੂੰ ਪ੍ਰੋਟੈਕਟ ਕਰਨਾ ਹੈ, ਜਿਨ੍ਹਾਂ ਨੇ ਬਿਮਾਰੀ ਦੇ ਕਣਾਂ ਵਿਰੁੱਧ ਲੜਨਾ ਹੈ, ਉਹਨਾਂ ਨੂੰ ਸਪੋਰਟ ਕਰਨਾ। ਖੁਰਾਕ ਇਸੇ ਨੂੰ ਕਹਿੰਦੇ ਨਾ ਆਪਾਂ, ਦਵਾਈ। ਅਤੇ ਦੂਜਾ ਕੰਮ ਕੀ ਹੁੰਦਾ? ਵੀ ਜਿਹੜੀਆਂ ਚੀਜ਼ਾਂ ਖਾ ਕੇ ਸਾਡੀ ਬਿਮਾਰੀ ਨੇ ਵਧਣਾ, ਉਹਨਾਂ ਦਾ ਪਰਹੇਜ਼ ਵੀ ਨਾਲ। ਯਾਨੀ ਕਿ ਦਵਾਈ ਅਤੇ ਪਰਹੇਜ਼ ਦੋ ਚੀਜ਼ਾਂ ਹੀ ਹੁੰਦੀਆਂ ਨਾ ਸਾਡੇ ਕੋਲ, ਇੱਕ ਰੋਗ ਨੂੰ ਘਟਾਉਣ ਵਾਸਤੇ, ਰੋਗ ਤੇ ਬਿਮਾਰੀ ਤੇ ਕਾਬੂ ਪਾਉਣ ਵਾਸਤੇ, ਹੋਰ ਤੀਜਾ ਤੇ ਕੋਈ ਰਾਹ ਨਹੀਂ। ਤੇ ਜਿੱਥੇ ਅਸੀਂ ਦ੍ਰਿੜ ਕਰਨਾ, ਉਹਦੀ ਘਾਲਣਾ ਘਾਲਣੀ ਹੈ, ਉੱਥੇ ਤੀਜਾ ਕੰਮ ਕੀ ਹੈ? ਵੀ ਪਰਹੇਜ਼ ਵੀ ਕਰਨਾ ਹੈ।
ਕਿਉਂਕਿ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ। ਸੰਜਮ ਦਾ ਅਰਥ ਹੈ ਪਰਹੇਜ਼ਗਾਰ ਹੋਣਾ, ਵੀ ਜੋ ਮੇਰੇ ਜੀਵਨ ਦੇ ਲਈ ਲਾਹੇਵੰਦਾ ਨਹੀਂ ਜਾਂ ਜੋ ਮਾੜਾ ਹੈ, ਜੋ ਗਲਤ ਹੈ, ਉਸ ਦਾ ਤਿਆਗ ਕਰਦੇ ਰਹਿਣਾ, ਉਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਯਤਨ ਵੀ ਕਰਨਾ। ਤਾਂ ਉਹਨੂੰ ਆਖਦੇ ਨੇ ਜਪ ਤਪ ਸੰਜਮ ਛੋੜ ਸੁਕ੍ਰਿਤ, ਪਰ ਇਹ ਤਿੰਨੇ ਹੀ ਨਹੀਂ ਕੀਤੇ। ਸੁਕ੍ਰਿਤ ਮਤ ਦਾ ਮਤਲਬ ਹੈ ਚੰਗੇ ਖਿਆਲ, ਚੰਗੀ ਮਤ ਗ੍ਰਹਿਣ ਨਹੀਂ ਕੀਤੀ। ਹੁਣ ਜਿੱਥੇ ਕੋਈ ਚੰਗੀ ਗੱਲ ਕਰਦਾ ਉੱਥੇ ਜੀ ਥੋੜ੍ਹਾ ਲੱਗਦਾ, ਬਹਿਣ ਨੂੰ ਜੀ ਨਹੀਂ ਕਰਦਾ, ਖਲੋਣ ਨੂੰ ਜੀ ਨਹੀਂ ਕਰਦਾ, ਮਨ ਬੇਚੈਨ ਹੁੰਦਾ, ਬੜੀ ਬੇਚੈਨੀ ਹੁੰਦੀ ਹੈ ਮਨ ਨੂੰ ਵੀ ਇਹਦਾ ਕੀ ਫਾਇਦਾ ਹੈ। ਸਤਿਗੁਰੂ ਨੇ ਬਾਣੀ 'ਚ ਐਵੇਂ ਨਹੀਂ ਕਿਹਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਸੋਇਆ। ਨੇਕ ਕਰਮ ਕਰਨ ਦਾ ਵਕਤ ਹੋਵੇਗਾ ਤਾਂ ਆਲਸ ਆਏਗਾ, ਉਦਾਸੀ ਹੋਵੇਗੀ, ਮਨ ਨੂੰ ਬੇਚੈਨੀ ਹੋਏਗੀ, ਨੀਂਦ ਆਏਗੀ। ਇਹਦਾ ਭਾਵ ਹੁੰਦਾ ਵੀ ਇੰਟਰਸਟ ਨਹੀਂ ਉਸ ਚੀਜ਼ 'ਚ, ਦਿਲਚਸਪੀ ਨਹੀਂ ਉਸ ਕੰਮ 'ਚ। ਤੇ ਕਈ ਵਾਰ ਤਾਂ ਅਸੀਂ ਬਹਾਨੇ ਹੀ ਭਾਲਦੇ ਹੁੰਦੇ ਵੀ ਬਾਹਰੋਂ ਕੋਈ ਆਏ ਤੇ ਆਵਾਜ਼ ਮਾਰ ਕੇ ਲੈ ਜਾਏ ਵੀ ਕੰਮ ਹੈ ਤੇਰੇ ਨਾਲ, ਤੇ ਉੱਠ ਕੇ ਅਸੀਂ ਨਿਕਲ ਜਾਂਦੇ ਹਾਂ। ਫਿਰ ਤਾਂ ਐਂ ਨਿਕਲੀਦਾ ਵੀ ਜਿਵੇਂ ਕੈਦ ਤੋਂ ਛੁਟਕਾਰਾ ਹੋਇਆ ਹੋਵੇ, ਵੀ ਸਜ਼ਾ ਸੀ ਕੱਟੀ ਗਈ। ਤੋ ਜਿਹੜੀ ਜਰਾ ਸੋਚ ਕੇ ਵੇਖੇ ਬੇਚੈਨੀ ਕੀ ਹੈ। ਕੋਈ ਅਸੀਂ ਐਸੇ ਕੰਮ ਵੀ ਤੇ ਬਹੁਤ ਕਰਦੇ ਹਾਂ ਨਾ ਆਪਣੇ ਸਾਰੇ ਦਿਨ ਵਿੱਚ ਜਾਂ ਸਮੇਂ ਵਿੱਚ ਜਾਂ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਦਾ ਸਾਨੂੰ ਪਤਾ ਹੁੰਦਾ ਵੀ ਇਹਨਾਂ 'ਚੋਂ ਨਿਕਲਣਾ ਕੱਖ ਨਹੀਂ, ਪਤਾ ਉਹਦਾ ਵੀ ਹੁੰਦਾ ਕਈ ਵਾਰ, ਪਰ ਫਿਰ ਵੀ ਕਰੀ ਜਾਣ, ਕਿਉਂਕਿ ਉੱਥੇ ਦਿਲਚਸਪੀ ਹੈ। ਉਹ ਚੀਜ਼ ਸਾਨੂੰ ਡੋਜ਼ ਦੇ ਰਹੀ, ਜਿਹੜੀਆਂ ਸਾਡੇ ਅੰਦਰ ਬੈਠੀਆਂ ਹੋਈਆਂ ਨੇ ਨਾ, ਉਹ ਐਬ ਵਾਲੀਆਂ ਸੋਚਾਂ, ਉਹਨਾਂ ਨੂੰ ਉਹ ਡੋਜ਼ ਮਿਲਦੀ ਹੈ ਉੱਥੋਂ, ਅਤੇ ਉਹ ਚੰਗੀਆਂ ਦਿਲਚਸਪੀ ਬਣ ਗਈ। ਤੋ ਇੰਟਰਸਟ ਤਾਂ ਕਈ ਵਾਰ ਕ੍ਰੀਏਟ ਕਰਨਾ ਪੈਂਦਾ। ਕਈ ਵਾਰ ਇੰਟਰਸਟ ਜਿਹੜਾ ਹੈ, ਆਪਾਂ ਕਹਿੰਦੇ ਇੰਟਰਸਟ ਨਹੀਂ ਬਣ ਰਿਹਾ, ਨਹੀਂ, ਉਹ ਕ੍ਰੀਏਟ ਕਰਨਾ ਪੈਂਦਾ। ਇਹੀ ਤਾਂ ਮਸ਼ੱਕਤ ਹੈ, ਇਹੀ ਤਾਂ ਮਿਹਨਤ ਹੈ, ਇਹੀ ਤਾਂ ਆਪਣੇ ਆਪ ਨਾਲ ਲੜਨਾ ਹੈ, ਇਹੀ ਤਾਂ ਆਪਣੇ ਆਪ ਨੂੰ ਤਿਆਰ ਕਰਨਾ ਹੈ, ਰੈਡੀ ਕਰਨਾ ਹੈ ਵੀ ਇਹ ਇੰਟਰਸਟ ਕ੍ਰੀਏਟ ਕਿਸੇ ਨੇ ਆ ਕੇ ਨਹੀਂ ਕਰਨਾ, ਹੈ ਮੈਨੂੰ ਕਰਨਾ ਪਏਗਾ। ਬੱਚਾ ਘਰ ਵਿੱਚ ਪੜ੍ਹਨ 'ਚ ਦਿਲਚਸਪੀ ਨਾ ਵਿਖਾਏ ਤਾਂ ਅਸੀਂ ਬੱਚੇ ਨੂੰ ਕਿੰਨਾ ਸਮਝਾਉਂਦੇ ਹਾਂ ਵੀ ਇਹ ਤੇਰੇ ਫਾਇਦੇ ਦਾ ਹੈ, ਤੇਰੇ ਭਲੇ ਦਾ ਹੈ। ਉਹ ਕਹੇ ਮੇਰਾ ਤਾਂ ਜੀ ਨਹੀਂ ਕਰਦਾ, ਮੇਰਾ ਤਾਂ ਮਨ ਕਰਦਾ ਮੈਂ ਗੇਮ ਖੇਡਾਂ। ਪਰ ਅਸੀਂ ਉਹਨੂੰ ਕਿੰਨਾ ਫੋਰਸ, ਕਿਉਂਕਿ ਅਸੀਂ ਉਸ ਦੌਰ 'ਚੋਂ ਲੰਘੇ ਹੁੰਦੇ, ਸਾਨੂੰ ਪਤਾ ਹੈ ਵੀ ਅਸੀਂ ਇਹ ਖੁੰਝਾਇਆ ਹੈ ਵਕਤ। ਜੇ ਇਹਨੇ ਵੀ ਖੁੰਝਾ ਲਿਆ ਤਾਂ ਇਹਦੀ ਹਾਲਤ ਵੀ ਸਾਡੇ ਵਰਗੀ ਹੋਏਗੀ। ਅੱਜ ਇਹ ਉਸ ਪੜਾਅ 'ਤੇ ਹੈ ਜਿਸ ਪੜਾਅ 'ਤੇ ਪਹਿਲਾਂ ਮੈਂ ਸੀ, ਅਤੇ ਜੇ ਮੈਂ ਇਹ ਵਕਤ ਨਾ ਸਾਂਭਿਆ, ਜਿਵੇਂ ਮੈਂ ਨਹੀਂ ਸਾਂਭਿਆ, ਅਤੇ ਮੇਰੀ ਅੱਜ ਮੈਂ ਉਹਨੂੰ ਮਹਿਸੂਸ ਕਰਦਾ ਉਸ ਸਮਾਂ ਲੰਘ ਜਾਣ ਤੋਂ ਬਾਅਦ ਵੀ ਕਾਸ਼ ਕਿਤੇ ਉਹ ਸਾਂਭਿਆ ਗਿਆ ਹੁੰਦਾ, ਸੁਣੀ ਗਈ ਹੁੰਦੀ, ਦਿਲਚਸਪੀ ਬਣ ਗਈ ਹੁੰਦੀ, ਅਤੇ ਗੱਲ ਹੋਰ ਹੁੰਦੀ। ਅੱਜ ਇਹਦੀ ਉਹ ਹਾਲਤ, ਅੱਜ ਇਹ ਉੱਥੇ ਖੜਾ, ਅੱਜ ਇਹ ਉਹਨੂੰ ਨਹੀਂ ਪਛਾਣ ਰਿਹਾ, ਕਿਉਂਕਿ ਇਹਦਾ ਅਜੇ ਤਜਰਬਾ ਨਹੀਂ ਹੋਇਆ। ਤੋ ਉਹ ਜਿਹੜੀ ਚੀਜ਼ ਹੈ, ਹੁਣ ਜਦੋਂ ਭਗਤ ਸਾਹਿਬਾਨ, ਗੁਰੂ ਸਾਹਿਬਾਨ ਸਾਨੂੰ ਕਹਿੰਦੇ ਨਾ, ਸਾਨੂੰ ਲੱਗਦਾ ਖਰੇ ਫੋਰਸ ਕਰਦੇ ਨੇ, ਬਾਰ-ਬਾਰ ਇੱਕੋ ਹੀ ਗੱਲ, ਉਹ ਸਾਨੂੰ ਇਸ ਕਰਕੇ ਕਹਿੰਦੇ ਨੇ ਵੀ ਤੇਰਾ ਇੰਟਰਸਟ, ਤੈਨੂੰ ਅਜੇ ਇਹਦਾ ਤਜਰਬਾ ਨਹੀਂ। ਜੇ ਤੇਰੇ ਅੰਦਰ ਜ਼ਰਾ ਜਿੰਨਾ ਵੀ ਵਿਵੇਕ ਦਾ ਦੀਵਾ ਬਲ ਗਿਆ, ਤੇ ਸਾਡੀ ਗੱਲ ਦੀ ਤੈਨੂੰ ਕਦਰ ਹੋਏਗੀ ਵੀ ਜੋ ਅਸੀਂ ਕਹਿ ਰਹੇ, ਇੱਕ ਸਿਆਣੇ ਮਾਂ ਬਾਪ ਵਾਂਗ, ਇੱਕ ਪ੍ਰੌੜ ਵਿਚਾਰਵਾਨ ਘਰ ਦੇ ਬਜ਼ੁਰਗ ਵਾਂਗ, ਉਹ ਸੱਚ ਗੱਲ ਹੈ। ਜਿਵੇਂ ਤੂੰ ਆਪਣੇ ਬੱਚਿਆਂ ਨੂੰ ਕਹਿੰਦਾ, ਕੁਰਾਏ ਪਏ ਹੋਏ ਰਿਸ਼ਤੇਦਾਰਾਂ ਨੂੰ ਕਹਿੰਦਾ, ਦੋਸਤਾਂ ਮਿੱਤਰਾਂ ਨੂੰ ਕਹਿੰਦਾ, ਪਰਿਵਾਰ ਦੇ ਮੈਂਬਰਾਂ ਨੂੰ ਕਹਿੰਦਾ, ਸਮਾਜ ਦੇ ਲੋਕਾਂ ਨੂੰ ਕਹਿੰਦਾ, ਤਾਂ ਉਹ ਜਿਹੜੀ ਦਿਲਚਸਪੀ ਹੈ, ਉਹ ਜਿਹੜਾ ਇੰਟਰਸਟ ਹੈ, ਉਹਨੂੰ ਪੈਦਾ ਕਰਨਾ, ਉਹਨੂੰ ਕਿਹਾ ਗਿਆ ਹੈ ਵੀ ਚੰਗੀ ਮੱਤ ਲੈਣਾ। ਪਰ ਗੁਰੂ ਸਾਹਿਬ ਕਹਿੰਦੇ ਤੂੰ ਸਾਰਾ ਕੁਝ ਹੀ ਛੱਡਿਆ ਹੋਇਆ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਰਾਧਿਆ। ਤੂੰ ਸਰਵ ਵਿਆਪਕ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਹੀ ਨਹੀਂ ਕੀਤਾ, ਉਹਨੂੰ ਯਾਦ ਹੀ ਨਹੀਂ ਕੀਤਾ ਕਦੇ। ਫਿਰ ਕੀ ਹੋਇਆ? ਉਛਲਿਆ ਕਾਮ ਕਾਲ ਮਤ ਲਾਗੀ, ਤਵਾਨ ਸਖਤ ਗਲ ਬਾਂਧਿਆ। ਕਾਮ ਦੇ ਉਛਾਲੇ ਸਰੀਰ ਦਾ ਜਿਸ ਵੇਲੇ ਆਕਾਰ ਵਧਿਆ, ਤੇ ਨਾਲ ਦੀ ਨਾਲ ਮਾਨਸਿਕ ਬਿਰਤੀ ਵਿੱਚ ਤਬਦੀਲੀ ਹੋਈ, ਪਰ ਜਵਾਨੀ ਦੀ ਉਮਰ ਹੋਈ, ਤੇ ਕਾਮ ਦੇ ਉਛਾਲੇ ਸਰੀਰ ਵਿੱਚ ਉੱਠੇ, ਸੁਰਤ ਦਾ ਵਹਾਅ ਹੋਰ ਪਾਸੇ ਹੋ ਗਿਆ, ਤੇ ਤੂੰ ਆਤਮਕ ਮੌਤੇ ਮਰਨ ਦਾ ਰਾਹ ਫੜ ਲਿਆ। ਪਰਾਇਆ ਰੂਪ ਤੱਕਣਾ, ਬਦਕਾਰੀ ਕਰਨੀ, ਮੰਦਾ ਆਚਰਣ ਬਣਾਉਣਾ, ਉਸ ਵੇਲੇ ਕਿਰਦਾਰ ਨੂੰ ਘੜਨ ਦੇ ਮਾਇਨੇ ਨਹੀਂ ਰਹਿ ਗਏ ਤੇਰੇ ਵਾਸਤੇ। ਇਹ ਵੀ ਇੱਕ ਪੜਾਅ ਆਇਆ ਜ਼ਿੰਦਗੀ ਦੇ ਵਿੱਚ। ਤਵਾਨ ਸਖਤ ਗਲ ਬਾਂਧਿਆ,
ਤਾਂ ਤੂੰ ਦੂਸਰੇ ਸਰੀਰ ਨਾਲ ਮੋਹ ਪਾ ਲਿਆ। ਤਾਂ ਉੱਥੇ ਫਿਰ ਅੱਗੇ ਜਾ ਕੇ ਫਰਮਾਉਂਦੇ ਨੇ, ਹੁਣ ਤੀਜੀ ਅਵਸਥਾ ਵਿੱਚ ਕਹਿੰਦੇ, ਤਰੁਣ ਤੇਜ ਪਰ ਤ੍ਰੈ ਮੁਖ ਜੋ ਹੈ ਸਾਰਾ ਪਸਰਨਾ ਪਛਾਣਿਆ। ਤਰੁਣ ਦਾ ਮਤਲਬ ਹੁੰਦਾ ਤਰੁਣ ਅਵਸਥਾ, ਜਵਾਨੀ ਦੀ ਅਵਸਥਾ। ਤੇਜ, ਜਦੋਂ ਭਰ ਜਵਾਨੀ ਦੀ ਅਵਸਥਾ ਆਈ, ਪਰ ਤ੍ਰੈ ਮੁਖ ਤੂੰ ਪਰਾਇਆ ਰੂਪ ਤੱਕਦਾ ਹੈ, ਦੂਜੇ ਦਾ ਰੂਪ ਤੈਨੂੰ ਚੰਗਾ ਲੱਗਦਾ ਹੈ। ਇੱਕ ਬਚਨ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਾਝ ਰਾਗ ਦੀ ਵਾਰ ਵਿੱਚ ਕਿਹਾ, ਕਿਸੇ ਹੱਥੋਂ ਖਾਣਾ ਹੋਵੇ ਤੇ ਜਾਤ ਪਾਤ ਦਾ ਭੇਦਭਾਵ ਬੜਾ ਸਤਾਉਂਦਾ ਹੈ। ਗਰੀਬੀ ਅਮੀਰੀ ਦੇ ਫਾਸਲੇ ਅਸੀਂ ਰੱਖ ਕੇ ਤੁਰਦੇ ਹਾਂ, ਮੈਂ ਉੱਚਾ ਦੂਜਾ ਨੀਵਾਂ ਹੈ। ਇਹ ਗੱਲਾਂ ਸਾਨੂੰ ਬੜਾ ਟਰਬਲ ਦਿੰਦੀਆਂ ਨੇ, ਪੀੜਤ ਕਰਦੀਆਂ ਨੇ। ਪਰ ਉਹਨਾਂ ਨੇ ਉੱਥੇ ਜ਼ਿਕਰ ਕੀਤਾ ਵੀ ਸ਼ਿਵੈ ਕਾਮ ਨਾ ਪੁੱਛੈ ਜਾਤ, ਪਰ ਜਦੋਂ ਐਬ ਪੂਰੇ ਕਰਨੇ ਹੋਣ ਉਦੋਂ ਤੇਰੇ ਲਈ ਨਾ ਕੋਈ ਜਾਤ, ਨਾ ਕੋਈ ਬਰਾਦਰੀ, ਨਾ ਅਮੀਰੀ, ਨਾ ਗਰੀਬੀ, ਨਾ ਵੱਡੇ ਹੋਣ ਦਾ, ਨਾ ਸੁੱਚੇ ਰਹਿਣ ਦਾ, ਨਾ ਪਵਿੱਤਰ ਰਹਿਣ ਦਾ। ਇਹ ਅਹਿਸਾਸ ਉਦੋਂ ਸਾਰੇ ਮਰ ਮੁੱਕ ਹੀ ਜਾਂਦੇ ਨੇ, ਇਹ ਉਦੋਂ ਪੈਦਾ ਨਹੀਂ ਹੁੰਦੇ। ਤੋ ਇੱਥੇ ਬਖਸ਼ਿਸ਼ ਕਰਦੇ ਨੇ, ਤਰੁਣ ਤੇਜ ਪਰ ਤ੍ਰੈ ਮੁਖ ਜੋ ਹੈ ਸਾਰਾ ਪਸਾਰ ਨਾ ਪਛਾਣਿਆ। ਚੰਗੇ ਮੰਦੇ ਦੀ ਤੈਨੂੰ ਪਛਾਣ ਕੋਈ ਨਹੀਂ, ਬਸ ਤੂੰ ਆਪਣੇ ਵੇਗ ਵਿੱਚ ਐਬ ਪੂਰੇ ਕਰਨ ਲਈ ਲਗਾਤਾਰ ਆਪਣਾ ਸਫ਼ਰ ਜਾਰੀ ਰੱਖਿਆ ਹੋਇਆ ਹੈ। ਉਨਮਤ ਕਾਮ ਵਿੱਚ ਮਸਤੇ ਹੋਏ, ਗ੍ਰਸਤ ਹੋਏ, ਭੁੱਲੇ ਹੋਏ, ਮਹਾਂ ਵੇਖ ਭੁੱਲੈ ਪਾਪ ਪੁੰਨ ਨਾ ਪਛਾਣਿਆ। ਬਦਕਾਰੀ ਦਾ ਵੱਡਾ ਜ਼ਹਿਰ ਆਪਣੇ ਜੀਵਨ ਨੂੰ ਦੇ ਕੇ, ਗ੍ਰਹਿਣ ਕਰਕੇ ਤੂੰ ਜੀਵਨ ਤਬਾਹ ਕਰ ਲਿਆ। ਤੇਰੇ ਲਈ ਭਲੇ ਤੇ ਬੁਰੇ ਦਾ ਕੋਈ ਪਛਾਣ ਨਾ ਰਹਿ ਗਈ, ਸਹੀ ਤੇ ਗਲਤ ਦੇ ਕੋਈ ਮਾਇਨੇ ਹੀ ਨਾ ਰਹਿ ਗਏ। ਇਹ ਨਿਰਣਾ ਕਰਨ ਵਾਲੀ ਮਤ, ਬੁੱਧ, ਵਿਵੇਕ ਤੇਰੇ ਅੰਦਰੋਂ ਖਤਮ ਹੋ ਗਿਆ। ਸੁੱਤ ਸੰਪਤ ਦੇਖ ਇਹ ਮਨ ਗਰਬਿਆ। ਫਿਰ ਕੀ ਹੋਇਆ? ਤੂੰ ਪਰਿਵਾਰ ਵਾਲਾ ਵੀ ਬਣਿਆ। ਆਪਣੀ ਔਲਾਦ ਨੂੰ ਵੇਖ ਕੇ ਤੇ ਸੰਪੱਤੀ ਜਾਇਦਾਦ ਨੂੰ ਵੇਖ ਕੇ, ਦੌਲਤ ਨੂੰ ਵੇਖ ਕੇ, ਘਰ ਨੂੰ ਵੇਖ ਕੇ ਤੇਰਾ ਮਨ ਹੰਕਾਰ ਵਿੱਚ ਆਇਆ। ਤੈਨੂੰ ਲੱਗਿਆ ਵੀ ਮੈਂ ਬਹੁਤ ਵੱਡੀ ਪ੍ਰਾਪਤੀ ਸੰਸਾਰ ਦੀ ਕੀਤੀ ਹੈ, ਮੇਰੀ ਔਲਾਦ ਹੈ, ਮੇਰੇ ਕੋਲ ਜਾਇਦਾਦ ਹੈ, ਮੇਰੇ ਕੋਲ ਦੌਲਤ ਹੈ। ਤੂੰ ਝਗੜੇ ਵੀ ਕੀਤੇ। ਫਿਰ ਆਖਦੇ ਨੇ ਰਾਮ ਹਿਰਦੈ ਤੇ ਖੋਇਆ, ਰੱਬ ਤੈਨੂੰ ਉਦੋਂ ਵੀ ਚੇਤੇ ਨਾ ਆਇਆ, ਖਿਆਲ ਸ਼ਕਤੀ ਉਦੋਂ ਵੀ ਕੁਰਾਏ ਪਈ ਰਹੀ। ਫਿਰ ਆਖਦੇ ਨੇ ਅਵਰ ਮਰਤ ਮਾਇਆ ਮਨ ਤੋਲੇ। ਫਿਰ ਇਹੋ ਜਿਹੀ ਉਮਰ ਆਈ ਵੀ ਤੈਨੂੰ ਹੁਣ ਲੱਗਿਆ ਮੈਂ ਪਰਿਵਾਰ ਵਾਲਾ, ਤੇ ਹੁਣ ਕੰਟਰੋਲ ਮੇਰੇ ਕੋਲ ਆਏ, ਤੇ ਘਰ 'ਚ ਹੀ ਕੰਟਰੋਲ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਨੂੰਹ ਦੀ ਸੱਸ ਨਾਲ ਹੋ ਜਾਂਦੀ ਹੈ, ਪੁੱਤਰ ਦੀ ਪਿਓ ਨਾਲ ਹੋ ਜਾਂਦੀ। ਕੰਟਰੋਲ ਚਾਹੀਦਾ। ਉਹਨੂੰ ਲੱਗਦਾ ਮੈਂ ਜ਼ਿੰਦਗੀ ਦੇ ਇਸ ਪੜਾਅ 'ਤੇ ਹਾਂ ਜਿੱਥੇ ਮੈਂ ਜ਼ਮੀਨ ਜਾਇਦਾਦ ਦਾ ਮਾਲਕ ਹਾਂ, ਜਿੱਥੇ ਮੈਂ ਪਰਿਵਾਰ ਵਾਲਾ ਹਾਂ, ਹੁਣ ਮੈਂ ਸਿਆਣਾ ਵੀ ਹਾਂ, ਸਾਰਾ ਕੁਝ ਮੇਰੇ ਕੋਲ ਹੈ, ਪਰ ਕੰਟਰੋਲ ਘਰ ਦਾ ਮੇਰੇ ਕੋਲ ਨਹੀਂ। ਤੋ ਖੂਨ ਦੇ ਰਿਸ਼ਤਿਆਂ 'ਚ ਤਣਾਅ ਪੈਦਾ ਹੋ ਜਾਂਦਾ। ਉਹ ਤਣਾਅ ਜਿਹੜਾ ਹੈ ਵੀ ਮੇਰੇ ਕੋਲ ਹੋਵੇ, ਦੂਜਾ ਕਹਿੰਦਾ ਮੇਰੇ ਕੋਲ ਹੋਵੇ, ਉਹਦੇ ਵਿੱਚੋਂ ਫਿਰ ਕੀ ਹੁੰਦਾ ਵੀ ਬੰਦੇ ਨੂੰ ਇੱਕ ਦੂਜੇ ਨਾਲ ਟਕਰਾ ਜਾਣ ਦੀ ਭਾਵਨਾ ਪੈਦਾ ਹੁੰਦੀ ਹੈ ਵੀ ਕਿਤੇ ਇਹ ਨਾ ਹੋਵੇ ਇਹ ਸਾਰਾ ਕੁਝ ਲੈ ਜਾਏ, ਦੂਜੇ ਨੂੰ ਲੱਗਦਾ ਵੀ ਇਹ ਨਾ ਹੋਵੇ ਇਹ ਜ਼ਿਆਦਾ ਲੈ ਜਾਏ। ਉਦੋਂ ਜ਼ਿਆਦੇ ਥੋੜ੍ਹੇ ਵੰਡ ਵਿਹਾਰ ਦੇ ਇਹ ਮਸਲੇ ਉਪਜ ਪੈਂਦੇ ਨੇ। ਹਾਲਾਂਕਿ ਉਹੀ ਮਨੁੱਖ, ਭਰਾ ਵੀ ਤਾਂ ਉਹੀ ਹੁੰਦੇ ਨੇ ਨਾ, ਇੱਕ ਦੂਜੇ ਦੇ ਕੱਪੜੇ ਪਾ ਕੇ ਵੀ ਉਹ ਸਾਰ ਲੈਂਦੇ ਨੇ, ਇੱਕ ਦੂਜੇ ਲਈ ਭੁੱਖੇ ਵੀ ਰਹਿ ਲੈਂਦੇ ਨੇ, ਇੱਕ ਦੂਜੇ ਲਈ ਮਰਨ ਤੱਕ ਵੀ ਤਿਆਰ ਹੋ ਜਾਂਦੇ ਨੇ। ਹੁਣ ਇੱਕ ਦੂਜੇ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਨੇ, ਹੁਣ ਇੱਕ ਦੂਜੇ ਦਾ ਖੋਣਾ ਚਾਹੁੰਦੇ ਨੇ, ਦੂਜੇ ਨੂੰ ਭੁੱਖਿਆਂ ਵੇਖਣ ਦੀ ਸ਼ਰੀਕੇਬਾਜ਼ੀ ਪੈਦਾ ਹੋ ਜਾਂਦੀ ਹੈ। ਖੁਦ ਜ਼ਿਆਦਾ ਕੰਟਰੋਲ ਤੇ ਜ਼ਿਆਦਾ ਹਿੱਸਾ ਲੈਣ ਦਾ ਜਿਹੜਾ ਸਿਲਸਿਲਾ ਚੱਲ ਪੈਂਦਾ ਹੈ। ਭਲੇ ਜ਼ਰਾ ਸੋਚ ਕੇ ਵੇਖੋ ਵੀ ਅਸੀਂ ਇਹਨਾਂ ਚੀਜ਼ਾਂ ਦੇ ਕਿਸ ਤਰ੍ਹਾਂ ਹੌਲੀ ਹੌਲੀ ਸ਼ਿਕਾਰ ਹੁੰਦੇ ਹਾਂ, ਔਰ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਰਿਸ਼ਤਿਆਂ ਨੂੰ, ਜੀਵਨ ਦੇ ਆਨੰਦ ਨੂੰ, ਸਭ ਕੁਝ ਨੂੰ ਗਵਾ ਕੇ ਕਿਵੇਂ ਬੇਰਸਾ ਜਿਹਾ, ਖਿਝਿਆ ਹੋਇਆ, ਦੁਖੀ ਜਿਹਾ, ਸਵਾਰਥੀ ਜਿਹਾ ਔਰ ਅੜੀਅਲ ਜਿਹਾ ਵਤੀਰਾ ਬਣਾ ਕੇ ਆਪਣੇ ਜੀਵਨ ਨੂੰ ਕਿਵੇਂ ਪੱਥਰਾਂ ਸਮਾਨ ਕਰ ਲੈਂਦਾ। ਭਗਤ ਜੀ ਨੇ ਇਹਦੀ ਮੁੱਢਲੀ ਤੰਦ ਨੂੰ ਫੜਿਆ ਵੀ ਕਿੱਥੋਂ ਇਹ ਸਭ ਕੁਝ ਉਪਜ ਰਿਹਾ। ਅਵਰ ਮਰਤ ਮਾਇਆ ਮਨ, ਹੁਣ ਦੂਜਿਆਂ ਨੂੰ ਮਰਦਿਆਂ ਵੇਖ ਕੇ ਜਾਂ ਦੂਜਿਆਂ ਦੀ ਮੌਤ ਦੀ ਉਡੀਕ ਕਰਦਾ ਤੂੰ, ਤੇ ਤੇਰਾ ਮਨ ਹੁਣ ਮਾਇਆ ਤੇ ਜਾਇਦਾਦ ਨੂੰ ਤੋਲਦਾ ਤੱਕੜੀ 'ਚ ਪਾ ਕੇ, ਮੇਰਾ ਕਿੰਨਾ ਹੋਏਗਾ ਤੇ ਉਹਦਾ ਕਿੰਨਾ ਹੋਏਗਾ, ਮੈਨੂੰ ਮਿਲ ਜਾਏ ਤੇ ਵਧੀਆ।
ਹੁਣ ਦੂਜਿਆਂ ਦੀ ਮੌਤ ਵਿੱਚੋਂ ਵੀ ਤੋਂ ਮਾਇਆ ਦਾ ਕੰਟਰੋਲ ਲੱਭਦਾ ਹੈ, ਔਰ ਉਹ ਵੀ ਤੋਂ ਆਪਣੇ ਰਿਸ਼ਤਿਆਂ ਦੇ ਵਿੱਚੋਂ, ਆਪਣੇ ਵੱਡਿਆਂ, ਆਪਣੇ ਸਕਿਆਂ, ਸਹੋਦਰਿਆਂ, ਭਰਾਵਾਂ, ਭੈਣਾਂ, ਸਾਰਿਆਂ ਦੇ ਵਿੱਚੋਂ। ਅਵਰ ਮਰਤ ਮਾਇਆ ਮਨ ਤੋਲੇ ਤੋਂ ਭਗਮੁਖ ਜਨਮ ਵਿਖੋਇਆ। ਕਹਿੰਦੇ ਨੇ ਤੂੰ ਕੀਮਤੀ ਜੀਵਨ ਜਿਹੜਾ ਇਵੇਂ ਗਵਾ ਦਿੰਦਾ, ਜੀਵਨ ਦਾ ਸੋਝ ਸਵਾਦ ਹੀ ਮਾਰ ਲੈਂਦਾ, ਆਨੰਦ ਹੀ ਖਤਮ ਕਰ ਲੈਂਦਾ, ਭਾਗਾਂ ਨਾਲ ਮਿਲਿਆ ਹੋਇਆ ਉੱਤਮ ਜੀਵਨ ਜਿਹੜਾ ਹੈ ਵਿਗੋਇਆ, ਤੂੰ ਖੁਆਰ ਕਰ ਲਿਆ। ਫਿਰ ਫਰਮਾਉਂਦੇ ਨੇ ਹੁਣ ਅਗਲੀ ਅਵਸਥਾ ਆਈ ਜਦੋਂ ਬਜ਼ੁਰਗੀ ਦਾ ਪੜਾਅ ਆਇਆ। ਪੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਾਤਾਲ ਕੀ ਬਾਣੀ। ਪੁੰਡਰ ਕਹਿੰਦੇ ਨੇ ਚਿੱਟੇ ਕਮਲ ਫੁੱਲ ਨੂੰ, ਕਮਲ ਫੁੱਲ ਚਿੱਟੇ ਕੌਲ ਫੁੱਲ ਵਾਂਗ ਤੇਰੇ ਕੇਸ ਜਦੋਂ ਚਿੱਟੇ ਹੋ ਗਏ, ਭਾਵ ਸਰੀਰ ਤੇ ਬੁਢੇਪਾ ਆ ਗਿਆ, ਧੌਲੇ ਆ ਗਏ। ਸਬਤ ਪਾਤਾਲ ਕੀ ਬਾਣੀ, ਤੇ ਆਵਾਜ਼ ਧੀਮੀ ਹੋ ਗਈ, ਜ਼ੋਰ ਘਟ ਗਿਆ ਜਦੋਂ ਸਰੀਰ ਦਾ ਹੁਣ ਉੱਚੀ ਬੋਲਿਆ, ਕੜਕ ਕੇ ਨਹੀਂ ਬੋਲਿਆ ਜਾਂਦਾ, ਗਲਾ ਵੀ ਸਾਥ ਦੇਣੋਂ ਹਟ ਗਿਆ। ਉਹਨੂੰ ਐਂ ਜਿਵੇਂ 7ਵੇਂ ਅਸਮਾਨ ਤੋਂ ਬੰਦਾ ਗੱਲ ਕਰਦਾ ਹੋਵੇ। ਲੋਚਨ ਸ਼ਰਮੈ, ਅੱਖਾਂ ਚੋਂਦੀਆਂ ਨੇ, ਕਮਜ਼ੋਰ ਹੋ ਜਾਂਦੀਆਂ ਨੇ ਅੱਖਾਂ, ਅੱਖਾਂ 'ਚੋਂ ਪਾਣੀ ਵਹਿੰਦਾ। ਬੁੱਧ ਬਲ ਨਾਠੀ, ਬੁੱਧੀ ਕਮਜ਼ੋਰ ਹੋ ਗਈ, ਚੇਤਾ ਭੁੱਲਣਾ ਸ਼ੁਰੂ ਹੋ ਗਿਆ, ਬਲ ਤਾਕਤ ਸਰੀਰ ਦੀ ਘਟ ਗਈ। ਤਾਂ ਕਾਮ ਪਵਸ ਮਧਾਣੀ। ਪਰ ਕਮਾਲ ਦੀ ਗੱਲ ਇਹ ਹੈ, ਵਿਸ਼ਿਆਂ ਨੂੰ ਭੋਗਣ ਵਾਲਾ ਸਰੀਰ ਜਿਹੜਾ ਸਾਧਨ ਉਹ ਕਮਜ਼ੋਰ ਹੋ ਗਿਆ, ਪਰ ਅੰਦਰ ਕਾਮ ਦੀ ਮਧਾਣੀ, ਕਾਮਨਾਵਾਂ ਤੇ ਇੱਛਾਵਾਂ ਦੀ ਮਧਾਣੀ ਅਜੇ ਵੀ ਉਸੇ ਤਰ੍ਹਾਂ ਜੀਵਨ ਨੂੰ ਰਿੜਕੀ ਜਾਂਦੀ ਹੈ। ਇੱਛਾਵਾਂ ਹੋਰ ਪ੍ਰਫੁੱਲਤ ਹੋ ਗਈਆਂ, ਇੱਛਾਵਾਂ ਘਟੀਆਂ ਨਹੀਂ, ਵਧੀ ਜਾਂਦੀਆਂ। ਤਾ ਤੇ ਵਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਣਾ। ਕਹਿੰਦੇ ਨੇ ਤਾਂ ਵੀ ਇੰਨਾ ਕੁਝ ਸਰੀਰ ਤੇ ਵਾਪਰ ਜਾਣ ਦੇ ਬਾਵਜੂਦ ਵੀ ਵਿਖੈ ਭਈ ਮਤ ਪਾਵਸ, ਵਿਸ਼ਿਆਂ ਵਿਕਾਰਾਂ ਵਿੱਚ ਮਤ ਅਜੇ ਵੀ ਉਸੇ ਤਰ੍ਹਾਂ ਹੀ ਗ੍ਰਸਤ ਹੈ, ਕਿਉਂਕਿ ਜਿੰਨਾ ਸਫ਼ਰ ਤੈਅ ਕਰ ਲਿਆ ਉਹ ਆਦਤ ਸੰਸਕਾਰ ਪੱਕ ਗਏ ਨੇ ਅੰਦਰ। ਹਾਲਾਂਕਿ ਕਾਇਆ ਦਾ ਕਮਲ ਫੁੱਲ ਕੁਮਲਾ ਗਿਆ, ਸਰੀਰ ਹੁਣ ਕੁਮਲਾ ਗਿਆ, ਟਹਿਕਦਾ ਨਹੀਂ, ਕਮਜ਼ੋਰਾ ਹੋ ਗਿਆ, ਖੀਣ ਹੋ ਗਿਆ, ਰੋਗ ਲੱਗ ਗਏ, ਜਿਹੜੀ ਤਾਕਤ ਸਰੀਰ ਇੰਦਰੀਆਂ ਵਿੱਚ ਸੀ, ਅੰਗਾਂ ਵਿੱਚ ਸੀ, ਉਹ ਘਟ ਗਈ। ਮੰਨ ਲਓ ਜਿਵੇਂ ਸਰੀਰ ਕੁਮਲਾ ਗਿਆ ਹੋਵੇ, ਯਾਨੀ ਕਿ ਬਜ਼ੁਰਗੀ, ਬੁਢੇਪਾ, ਕਮਜ਼ੋਰੀ ਆ ਗਈ। ਅਵਗਤ ਬਾਣ ਛੋੜ ਮ੍ਰਿਤ ਮੰਡਲ, ਉਸ ਅਦ੍ਰਿਸ਼ਟ ਸਰਵ ਵਿਆਪੀ ਅਕਾਲ ਪੁਰਖ ਦੀ ਸਿਫਤ ਸਲਾਹ ਨੂੰ ਵਿਸਾਰਿਆ ਹੋਇਆ ਅਜੇ ਵੀ ਉਹਦਾ ਚੇਤਾ ਨਹੀਂ ਆਇਆ, ਚਿੰਤਨ ਅਜੇ ਵੀ ਉਸ ਪਾਸੇ ਨਹੀਂ। ਇਸ ਜਗਤ ਸੰਸਾਰ ਵਿੱਚ ਫਿਰ ਓੜਕ ਨੂੰ ਕੀ ਹੁੰਦਾ, ਤਉ ਪਾਸ਼ਾ ਪਛਤਾਣਾ। ਹੁਣ ਤਾਂ ਪਛਤਾਵਾ ਹੀ ਹੈ, ਹੁਣ ਤਾਂ ਝੋਰਾ ਹੀ ਹੈ। ਫਿਰ ਫਰਮਾਉਂਦੇ ਨੇ 5ਵੇਂ ਤੇ ਅਖੀਰਲੇ ਬੰਦ ਵਿੱਚ, ਫਿਰ ਵੀ ਉਸ ਅਵਸਥਾ 'ਚ ਕੀ ਹੁੰਦਾ, ਨਿਕੁੱਟੀ ਦੇਹ ਦੇਖ ਧੋਨੇ ਉਪਜੈ। ਫਿਰ ਆਪਣੇ ਪੋਤੇ ਪੋਤੀਆਂ, ਦੋਤੇ ਦੋਤਿਆਂ ਨੂੰ ਆਲੇ ਦੁਆਲੇ ਅਗਲੀ ਫੁਲਵਾੜੀ ਨੂੰ ਵੇਂਦਾ ਹੈ, ਅਗਲੀ ਨਸਲ ਨੂੰ ਵੇਂਦਾ ਹੈ, ਅਗਲੀ ਪੀੜ੍ਹੀ ਨੂੰ ਵੇਂਦਾ ਹੈ। ਉਹਨਾਂ ਨਿੱਕੇ ਬੱਚਿਆਂ ਦੇ ਵਿੱਚੋਂ ਆਪਣੀਆਂ ਖਾਸ਼ਾਂ ਦੀ ਪੂਰਤੀ ਕਰਨ ਲੱਗਦਾ। ਜੋ ਮੈਂ ਨਹੀਂ ਕਰ ਸਕਿਆ ਉਹ ਇਹ ਕਰਨਗੇ, ਆਹ ਜਿਹੜਾ ਮੈਂ ਨਹੀਂ ਮੱਲ ਸਕਿਆ ਉਹ ਮੇਰੇ ਬੱਚੇ ਮੱਲਣਗੇ, ਮੇਰੇ ਪੋਤੇ ਮੱਲਣਗੇ। ਜੋ ਮੈਂ ਨਹੀਂ ਕਰ ਸਕਿਆ ਉਹ ਮੈਂ ਉਹਨਾਂ ਰਾਹੀਂ ਕਰਵਾਉਣਾ। ਨਿਕੁੱਟੀ ਦੇ ਦੇਖ ਧੁਨ ਉਪਜੈ, ਅਜੇ ਵੀ ਅੰਦਰ ਜਿਹੜੀ ਇਹ ਹਉਮੈ ਹੈ, ਉਹ ਖਾਸ਼ਾਂ ਹਉਮੈ ਦੀਆਂ ਅੰਦਰ ਜ਼ੋਰ ਫੜੀ ਬੈਠੀਆਂ ਨੇ, ਆਪਣੇ ਹਾਲ ਵੱਲ ਨਹੀਂ ਵੇਖਦਾ। ਨਿਕੁੱਟੀ ਦੇ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੁਝੈ। ਅਜੇ ਵੀ ਗੁਰੂਰ ਸਿਰ ਚੜ੍ਹ ਕੇ ਬੋਲਦਾ। ਹੁਣ ਉਹਨਾਂ ਸਿਰ ਤੇ ਗੁਰੂਰ, ਪਹਿਲੋਂ ਆਪਣੇ ਸਿਰ ਤੇ ਪਾਲਦਾ ਸੀ, ਹੁਣ ਉਹਨਾਂ ਸਿਰ ਤੇ ਗੁਰੂਰ ਪਾਲਦਾ। ਹੁਣ ਉਹਨਾਂ ਨੂੰ ਅੱਗੇ ਲਾ ਕੇ ਆਪਣਾ ਹੰਕਾਰ, ਆਪਣੀ ਈਰਖਾ, ਆਪਣਾ ਦਵੈਸ਼, ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਨ ਦੇ ਚੱਕਰ ਵਿੱਚ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਕਹਿੰਦੇ ਨੇ ਇਸ ਜੀਵਨ ਨੂੰ ਸਦਾ ਥੇਰ ਮੰਨ ਕੇ ਬੈਠਾ ਹੈ, ਵੀ ਇਹਨੂੰ ਚੇਤਾ ਹੀ ਨਹੀਂ ਵੀ ਇਸ ਨੇ ਅਖੀਰ ਨੂੰ ਖਤਮ ਹੋਣਾ ਹੈ, ਤੇ ਅਜੇ ਵੀ ਲਾਲਚਾਂ ਤੇ ਹਿਰਸਾਂ ਵਿੱਚ ਗਵਾਚਿਆ ਹੋਇਆ। ਇਹਨੂੰ ਅੱਖੀਂ ਨਾ ਕੁਝ ਸੁੱਝ ਰਿਹਾ, ਦਿਸ ਰਿਹਾ, ਤੇ ਨਾ ਇਹਨੂੰ ਕੁਝ ਪਤਾ ਲੱਗ ਰਿਹਾ, ਸਮਝ ਪੈ ਰਹੀ। ਅਖੀਰ ਕੀ ਹੁੰਦਾ, ਥਾਕਾ ਤੇਜ ਥੱਕ ਜਾਂਦਾ ਹੈ, ਭਾਵ ਸਪਿਟ ਚੇਤਨਾ ਤਾਕਤ ਸਰੀਰ ਦੀ ਮੁੱਕ ਜਾਂਦੀ, ਜਵਾਬ ਦੇ ਜਾਂਦੀ। ਉੱਡਿਆ ਮਨ ਪੰਖੀ, ਮਨ ਜਾਣੇ ਕਿ ਸੁਰਤੀ ਬਿਰਤੀ ਖੰਭ ਲਾ ਕੇ ਉੱਡ ਗਈ। ਸਰੀਰ ਦਾ ਸਾਥ ਪਹਿਲਾਂ ਸਰੀਰ ਦੀ ਤਾਕਤ ਨੇ ਛੱਡਿਆ, ਹੁਣ ਸੁਰਤੀ ਬਿਰਤੀ ਮੁੱਕ ਗਈ, ਅੰਦਰ ਦਾ ਭੌਰ ਉਡਾਰੀ ਮਾਰ ਗਿਆ। ਘਰ ਆਂਗਨ ਨਾ ਸੁਹਾਈ,
ਤੇ ਜਿਸ ਵੇਲੇ ਘਰ ਦੇ ਵਿੱਚ ਇਹਦੀ ਬੋਡੀ ਪਈ ਹੁੰਦੀ ਹੈ, ਘਰਦਿਆਂ ਨੂੰ ਵੀ ਹੁਣ ਬਹੁਤਾ ਲੰਬਾ ਸਮਾਂ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ। ਸਿਖਾਉਂਦਾ ਨਹੀਂ ਘਰ 'ਚ, ਇਕੱਲਾ ਸਰੀਰ ਹੀ ਥੋੜ੍ਹਾ, ਲੋਕ ਤਾਂ ਉਹਦੇ ਕੱਪੜੇ ਵੀ ਸੁੱਟ ਦਿੰਦੇ ਨੇ ਭਾਵੇਂ ਨਵੇਂ ਹੋਣ। ਸਾਰੀਆਂ ਜਿੰਨੀਆਂ ਨਾ ਕੀਮਤੀ ਚੀਜ਼ਾਂ ਹੋਣ ਨਾ, ਉਹਦੇ ਤਾਂ ਗੁਟਕੇ ਵੀ ਇੱਥੇ ਗੁਰਦੁਆਰੇ ਰੱਖ ਜਾਂਦੇ ਨੇ। ਮਾਤਾ ਦੇ ਸਨ ਵੀ ਪੜ੍ਹਨਾ ਜਪਜੀ ਹੈ, ਪਰ ਗੁਟਕਾ ਮਾਤਾ ਦਾ। ਅਸੀਂ ਆਪਣਾ ਲਿਆਵਾਂਗੇ, ਮਾਤਾ ਦਾ ਸੀ, ਕਿਉਂਕਿ ਉਹਨੂੰ ਫੜ ਕੇ ਵੀ ਮਾਤਾ ਚੇਤੇ ਆਉਂਦੀ ਹੈ ਵੀ ਗੁਟਕੇ ਰਾਹੀਂ ਵੀ ਕਿਤੇ ਸਾਨੂੰ ਕੋਈ ਚੰਬੜ ਨਾ ਜਾ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੰਦਾ ਕਿੰਨਾ ਨੀਵਾਂ ਚਲਿਆ ਜਾਂਦਾ। ਉਹ ਜਿਹੜੀ ਚੀਜ਼ ਮਹਾਰਾਜ ਨੇ ਕਿੰਨਾ ਸੰਖੇਪ ਵਿੱਚ ਔਰ ਕਿੰਨਾ ਖੂਬਸੂਰਤ ਕਿਹਾ, ਘਰ ਆਂਗਣ ਨਾ ਘਰ ਵਿੱਚ ਨਾ ਵਿਹੜੇ ਵਿੱਚ, ਫਿਰ ਉਹ ਸਿਖਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਤੇ ਅਸੀਂ ਦੁੱਖ ਤੇ ਮਨਾਉਂਦੇ ਹਾਂ ਆਪਣਿਆਂ ਦੇ ਜਾਣ ਦਾ, ਪਰ ਉਹਦੇ ਨਾਲ ਸੈਂਕੜੇ ਹਜ਼ਾਰਾਂ ਵਹਿਮ ਤੇ ਭਰਮ ਵੀ ਸਾਡੇ ਮਨ ਨੂੰ, ਡਰ ਵੀ ਘੇਰ ਲੈਂਦੇ ਨੇ, ਅਣਚਾਹੇ ਡਰ ਜਿਹੜੇ ਅਸੀਂ ਪੈਦਾ ਕੀਤੇ ਹੋਏ। ਸਾਡੀ ਹਾਲਤ ਕਿੰਨੀ ਸਵਾਰਥੀ ਤੇ ਹੰਕਾਰ ਭਰੀ ਔਰ ਕਿੰਨੀ ਡਿੱਗੀ ਹੋਈ ਹੁੰਦੀ ਹੈ। ਹਰ ਚੀਜ਼ 'ਚੋਂ ਸਾਨੂੰ ਭਰਮ ਹੁੰਦਾ ਹੈ, ਹਰ ਚੀਜ਼ 'ਚੋਂ ਸਾਨੂੰ ਡਰ ਹੁੰਦਾ ਹੈ, ਹਰ ਚੀਜ਼ ਵਿੱਚੋਂ ਸਾਨੂੰ ਕੁਝ ਨਾ ਕੁਝ ਸਾਡੇ ਅਹਿਸਾਸ ਇੰਨੇ ਨੀਵੇਂ ਹੋ ਜਾਂਦੇ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ। ਫਿਰ ਆਖਦੇ ਨੇ ਬੇਣੀ ਕਹੈ ਸੁਨੋ ਰੇ ਭਗਤੋ, ਬੇਣੀ ਜੀ ਆਖਦੇ ਨੇ ਹੇ ਭਗਤ ਜਨੋ ਸਤ ਸੰਗੀਓ ਸੁਣੋ, ਮਰਨ ਮੁਕਤ ਕਿਨ ਪਾਈ। ਹੁਣ ਉਹਦੀ ਮੁਕਤੀ ਲਈ ਲੋਕ ਪਤਾ ਨਹੀਂ ਮਗਰਲੇ ਕੀ ਕੀ ਕਰਦੇ ਨੇ, ਕਿੱਥੇ ਕਿੱਥੇ ਭਟਕਦੇ ਨੇ, ਕੀ ਕੀ ਦਾਨ ਦਿੰਦੇ ਨੇ, ਕੀ ਕੀ ਚੀਜ਼ਾਂ ਚੁੱਕੀ ਫਿਰਦੇ ਨੇ, ਕੀ ਕੀ ਯਤਨ ਕਰਦੇ। ਹੁਣ ਉਹਦੀ ਮੁਕਤੀ ਦਾ ਕੀ ਅਰਥ ਰਹਿ ਗਿਆ? ਉਹਨੇ ਵੇਖੋ ਸਾਰਾ ਸਫ਼ਰ ਬਿਆਨ ਕੀਤਾ ਭਗਤ ਜੀ ਨੇ ਵੀ ਉਹਦਾ ਸਫ਼ਰ ਵੇਖੋ ਕਿੱਥੋਂ ਕਿੱਥੇ ਤੱਕ ਹੈ, ਕੀ ਕੀ ਉਹਨੇ ਕੀਤਾ, ਕਿਸ ਤਰ੍ਹਾਂ ਉਹ ਜੀਵਿਆ, ਕੀ ਉਹਦੀ ਜ਼ਿੰਦਗੀ 'ਚ ਖਲਬਲੀ ਸੁਰਤ ਵਿੱਚ ਮੱਚੀ ਰਹੀ, ਕਿਵੇਂ ਉਹ ਭਟਕਿਆ ਤੇ ਐਬਾਂ ਦਾ ਸ਼ਿਕਾਰ ਹੋਇਆ। ਹੁਣ ਤੁਸੀਂ ਉਹਨੂੰ ਕਿਹੜੀ ਮੁਕਤੀ ਦਿਵਾਓਗੇ? ਮਰਨ ਤੋਂ ਬਾਅਦ ਕਿਨ ਮੁਕਤੀ ਪਾਈ? ਜਿੱਥੇ ਉਹਦੇ ਮੁਕਤ ਹੋਣ ਦੇ ਚਾਂਸ ਸਨ, ਅਵਸਰ ਸਨ, ਮੌਕੇ ਸਨ, ਕਿਵੇਂ ਉਹ ਬਾਰ-ਬਾਰ ਖੁੰਝਾਉਂਦਾ ਰਿਹਾ। ਗਰੀਬ ਨਵਾਜ ਮਿਹਰ ਕਰਨ ਤਾਂ ਹੀ ਭਗਤ ਜੀ ਨੇ ਰਹਾਉ ਦੇ ਬੰਦ ਵਿੱਚ ਕਿਹਾ, ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ, ਚੇਤ ਰਾਮ ਨਾ ਹੀ ਜੰਪੁਰ ਜਾਹੇਗਾ, ਜਨ ਵਿਚਰੈ ਅਨਰਾਧਾ। ਗਰੀਬ ਨਵਾਜ ਮਿਹਰ ਕਰਨ, ਇਹ ਉਪਦੇਸ਼ ਸਾਡੇ ਮਨਾਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।